ਸਾਨੂੰ ਇਹ ਨਜ਼ਰ ਆਇਆ ਕਿ ਐਮਐਲਏ ਨੂੰ ਕਈ ਵਾਰ ਕਹਿਣ ਦੇ ਬਾਵਜੂਦ ਜਦੋਂ ਕੰਮ ਨਹੀਂ ਕਰ ਰਿਹਾ ਤਾਂ ਅਸੀਂ ਸੋਚਿਆ ਕਿ ਸ਼ਾਇਦ ਹੋ ਸਕਦਾ ਸਾਡਾ ਐਮਐਲਏ ਬੜਾ ਗਰੀਬ ਹੈ, ਕਿਉਂਕਿ ਉਹਦੇ ਕੋਲ ਇੰਨੇ ਪੈਸੇ ਨਹੀਂ ਆ। ਤੇ ਸਾਡੀ ਸਰਕਾਰ ਵੀ ਜਿਹੜੀ ਮਾਨ ਦੀ ਸਰਕਾਰ ਹੈ ਉਹ ਸਾਰੇ ਪੈਸੇ ਤੇ ਪੰਜਾਬ ਦੇ ਉਹਨਾਂ ਨੇ ਜਿਹੜੇ ਐਡਵਰਟਾਈਜ਼ਮੈਂਟਾਂ ਤੇ ਖਰਚੇ ਕਰ ਲਏ ਨੇ, ਜਾਂ ਉਹਨਾਂ ਨੇ ਦੂਜੇ ਸਟੇਟਾਂ ਦੇ ਵਿੱਚ ਇਲੈਕਸ਼ਨ ਤੇ ਖਰਚ ਕਰ ਲਏ ਨੇ। ਤੇ ਹੋ ਸਕਦਾ ਹੈ ਕਿ ਤਾਜ਼ਾ ਵਿਆਹ ਵੀ ਹੋਇਆ ਹੈ, ਹਨੀਮੂਨ ਵੀ ਮਨਾਇਆ ਤੇ ਪੈਸੇ ਕਾਫੀ ਖਰਚ ਹੋ ਗਏ ਨੇ। ਸੋ ਇਸ ਕਰਕੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਅਸੀਂ ਆਮ ਲੋਕਾਂ ਦੇ ਕੋਲੋਂ ਪੈਸੇ ਇਕੱਠੇ ਕਰਕੇ ਆਪਣੇ ਐਮਐਲਏ ਨੂੰ ਦਈਏ, ਸਰਕਾਰ ਨੂੰ ਦਈਏ, ਤਾਂ ਜੋ ਜਿਹੜਾ ਸਾਡਾ ਰੋਡ ਹੈ ਇਹਦਾ ਕੋਈ ਸੁਧਾਰ ਹੋ ਸਕੇ। ਇੱਕ ਮੇਰੇ ਡਾਕਟਰ ਜਿਹੜੇ ਜਸਬੀਰ ਸੰਧੂ ਨੇ ਉਹ ਕਹਿੰਦੇ ਨੇ ਵੀ ਉਹ ਤਾਂ ਕੰਮ ਹੀ ਬਹੁਤ ਕਰਦੇ ਨੇ, ਸਵੇਰ ਤੋਂ ਲੈ ਕੇ ਕਹਿੰਦੇ ਸ਼ਾਮ ਨੂੰ 5 ਵਜੇ ਤੱਕ ਦਫ਼ਤਰ ਬਹਿੰਦੇ, ਨਾਲ ਉਹ ਇਕੱਲੇ ਨਹੀਂ ਬਹਿੰਦੇ। ਉਹ ਕਹਿੰਦੇ ਉਹਨਾਂ ਦੇ ਜਿਹੜਾ ਨਾਲ ਭਰਾ ਵੀ ਬ੍ਰਦਰ ਵੀ ਆ, ਉਹ ਵੀ ਨਾਲ ਪਰਿਵਾਰਕ ਮੈਂਬਰ, ਉਹ ਵੀ ਬਹੁਤ ਇਲਾਕੇ ਨਾਲ ਸੇਵਾ ਕਰਦੇ ਨੇ, ਘਰ ਘਰ ਜਾ ਕੇ ਲੋਕਾਂ ਦੀ ਮਦਦ ਕਰਦੇ ਨੇ। ਤੁਸੀਂ ਕਹਿੰਦੇ ਆਪਣੇ ਇਲਾਕੇ 'ਚ ਨਹੀਂ ਵੜਦੇ ਹੋ। ਇਹ ਤੁਸੀਂ ਦੇਖਿਆ ਜਿਹੜੇ ਜਿਨ੍ਹਾਂ ਦਾ ਦਿਮਾਗੀ ਸੰਤੁਲਨ ਖਰਾਬ ਹੋਵੇ, ਐਵੇਂ ਕੋਈ ਰੋੜਾ ਇੱਥੋਂ ਚੁੱਕੀ ਜਾਂਦਾ, ਕੋਈ ਉੱਥੋਂ ਲਿਫਾਫਾ ਚੁੱਕੀ ਜਾਂਦਾ। ਹੁਣ ਦੇਖੋ ਜੇ ਵਿਕਾਸ ਦੇ ਕਾਰਜ ਕੀਤੇ ਹੋਣ ਤੇ ਅੱਜ ਇਹ ਹਾਲਾਤ ਨਾ ਬਣਨ, ਸਾਨੂੰ ਹੱਥਾਂ 'ਚ ਕਟੋਰੇ ਫੜ ਕੇ ਸੜਕ ਦੇ ਉੱਤੇ ਨਾ ਪਵੇ। ਉਹ ਬਸ ਆਪਣੀ ਰੌਂ ਦੇ ਵਿੱਚ ਜਦੋਂ ਰੌਂ ਆਇਆ ਜਿੱਧਰ ਨੂੰ ਉਧਰ ਫੀਤਾ ਚਲਾ ਦਿੰਦੇ, ਮੈਂ ਐਮਐਲਏ ਦਾ ਬ੍ਰਦਰ ਹੂੰ। ਦੁੱਖ ਦੀ ਗੱਲ ਹੈ ਕਿ ਐਮਐਲਏ ਵੀ ਇੱਥੋਂ ਦਾ ਹੋਵੇ, ਆਮ ਆਦਮੀ ਪਾਰਟੀ ਦੇ ਜਿਹੜੇ ਸਰਗਰਮ ਫੇਸਬੁੱਕ ਦੇ ਯੋਧੇ ਵੀ ਇੱਥੋਂ ਦੇ ਹੋਣ ਤੇ ਰੋਡ ਦਾ ਫੇਰ ਹਾਲ ਹੀ ਹੋਈ ਹੋਵੇ। 2 ਗਲੀਆਂ ਛੱਡ ਕੇ ਐਮਐਲਏ ਸਾਹਿਬ ਰਹਿੰਦੇ ਆ, ਬੜੀ ਖੁਸ਼ੀ ਦੀ ਗੱਲ ਆ। ਉਹਨਾਂ ਦੇ ਇਲਾਕੇ 'ਚ ਆਏ ਆ ਤੇ ਲੋਕਾਂ ਦਾ ਜਿਹੜਾ ਅਸਰ ਆ, ਉਹਨਾਂ ਪ੍ਰਤੀ ਪਿਆਰ ਆ, ਉਹ ਡੁੱਲ ਕੇ ਵਿਖਿਆ ਸਾਨੂੰ। ਮਤਲਬ ਕੋਈ ਡਿੱਗ ਰਿਹਾ, ਕੋਈ ਭੱਜਾ ਹੀ ਜਾ ਰਿਹਾ, ਚਿੱਕੜ 'ਚ ਫਸ ਗਿਆ। ਮੈਂ ਕੋਸ਼ਿਸ਼ ਕਰ ਰਿਹਾ ਕਿ ਪ੍ਰਧਾਨ ਸਾਹਿਬ ਦੇ ਨਾਲ ਸੰਪਰਕ ਕਰਕੇ ਉਹਨਾਂ ਨੂੰ ਬੇਨਤੀ ਕਰਾਂ ਕਿ ਵੱਡੇ ਪੱਧਰ ਤੇ ਨਹੀਂ ਤਾਂ ਛੋਟੇ ਪੱਧਰ ਦੇ ਉੱਤੇ ਹੀ ਇੱਕ ਹਲਕਾ ਪੱਛਮੀ ਨੂੰ ਸਾਨੂੰ ਜਿਹੜੀ ਹੈ ਇਹ ਪਾਣੀ ਵਾਲੀ ਬੱਸ ਜਾਂ ਇੱਕ ਬੇੜੀ ਪ੍ਰੋਵਾਈਡ ਕੀਤੀ ਜਾਵੇ, ਤਾਂ ਜੋ ਜਿਹੜੇ ਸਾਡੇ ਹਲਕੇ ਦੇ ਲੋਕ ਨੇ ਇਹਨਾਂ ਨੂੰ ਪਰੇਸ਼ਾਨੀ ਨਾ ਹੋਵੇ। ਤੇ ਨਾਲੇ ਲੋਕ ਜਿਹੜੇ ਆ ਉਹਨਾਂ ਨੂੰ ਆਵਾਜ਼ ਮਾਰ ਕੇ, ਹਾਕ ਕੇ, ਰੋਕ ਕੇ ਕਿਹਾ ਕਰਨਗੇ ਕਿ ਐਮਐਲਏ ਸਾਹਿਬ ਰੁਕੋ, ਅਸੀਂ ਤੁਹਾਡੇ ਬੂਹੇ ਦੇ ਅੱਗੋਂ ਮੱਛੀ ਫੜੀ ਆ ਤੇ ਮੱਛੀ ਬੜੀ ਤਗੜੀ ਫੜੀ ਆ, ਵੀ 4 ਦਿਨ ਤੁਹਾਡੇ ਲੰਘ ਜਾਣਗੇ। ਪਰ ਹੈਰੀ ਭਾਜੀ ਅਸੀਂ ਸੁਣਿਆ ਵੀ ਜ਼ਿਆਦਾ ਬਿਆਸ ਦੀ ਮੱਛੀ ਜਾਂ ਹਰੀਕੇ ਪਤਾ ਨਹੀਂ ਬੜੀ ਮੱਛੀ ਮਸ਼ਹੂਰ ਆ, ਇਹ ਨਵੀਂ ਮੱਛੀ ਕਿਹੜੀ ਲੈ ਕੇ ਆਓਗੇ ਤੁਸੀਂ? ਭਾਈ ਕਪੱਤਗੜ੍ਹ ਦੀ ਹਸਪਤਾਲ ਜਾਂਦੇ ਨੇ ਫਰੀਦਕੋਟ, ਉੱਥੇ ਜਿਵੇਂ ਪ੍ਰਿੰਸੀਪਲ ਸਾਹਿਬ ਦਾ ਜਿਵੇਂ ਉਹਨਾਂ ਨੂੰ ਨਹੀਂ ਹਾਲਾਤ ਚੰਗੇ ਲੱਗਦੇ, ਉੱਥੋਂ ਦੇ ਬੈੱਡ ਜਿਹੜਾ ਬਹੁਤ ਮਾੜਾ ਹੁੰਦਾ ਵਾ, ਉਹ ਬੈੱਡ 'ਤੇ ਸੁੱਟ ਦਿੰਦੇ ਨੇ ਉਸਨੂੰ, ਜਿਹੜਾ ਪ੍ਰਿੰਸੀਪਲ ਸਾਹਿਬ ਨੂੰ ਵੀ ਕੀ ਹਾਲਾਤ ਨੇ। ਤੇ ਤੁਸੀਂ ਅੱਜ ਦੇ ਤਸਵੀਰਾਂ ਵੇਖ ਕੇ ਕੀ ਕਹੋਗੇ? ਜਿਸ 'ਤੇ ਪਾਣੀ ਖੜਾ ਵਾ, ਹਾਲਾਤ ਬਹੁਤ ਮਾੜੇ ਨੇ, ਕਿਸ ਤਰ੍ਹਾਂ ਹੋਣਾ ਚਾਹੀਦਾ ਅੱਜ ਹਲਕੇ ਦੇ ਐਮਐਲਏ ਸਾਹਿਬ ਦਾ? ਉਸ ਹੈਲਥ ਮਿਨਿਸਟਰ ਨੂੰ ਮੇਰੀ ਰਿਕੁਐਸਟ ਹੈ, ਹੰਬਲ ਰਿਕੁਐਸਟ ਹੈ, ਵੀ ਇਸ ਰੋਡ ਤੇ, ਕੋਟ ਖਾਲਸਾ ਰੋਡ ਤੇ, ਕਾਲੇ ਪਿੰਡ, ਵਡਾਲੀ ਸਾਹਿਬ, ਗੁਰੂ ਕੀ ਵਡਾਲੀ, ਬੜੀ ਮਸ਼ਹੂਰ ਹਸਤੀਆਂ ਹੋਈਆਂ ਉੱਥੋਂ ਦੀਆਂ, ਉਸ ਰੋਡ ਦੇ ਉੱਤੇ ਇੱਕ ਦੌਰਾ ਜ਼ਰੂਰ ਕਰਾਇਆ ਜਾਵੇ। ਜੇ ਉਹ ਇੱਕ ਬੈੱਡ ਦੇ ਉੱਤੇ ਨਾ ਭੜਕ ਸਕਦੇ ਆ ਤੇ ਸ਼ਾਇਦ ਇਹਦੇ ਕੋਲ ਇਸਤੀਫਾ ਮੰਗ ਲੈਣ, ਨੂੰ ਇਸਤੀਫਾ ਦੇਣਾ ਪਵੇ। ਪੰਜਾਬੀ ਲੋਕ ਚੈਨਲ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਜੀ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਹਾਂ ਤੁਹਾਡਾ ਆਪਣਾ ਹਰਜੀਤ ਗਰੇਵਾਲ। ਹਲਕਾ ਪੱਛਮੀ ਦਾ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ, ਜਿੱਥੇ ਲੋਕੀ ਐਮਐਲਏ ਡਾਕਟਰ ਜਸਬੀਰ ਸਿੰਘ ਸੰਧੂ ਨੇ ਅਤੇ ਕਿਹਾ ਜਾਂਦਾ ਵੀ ਅੰਮ੍ਰਿਤਸਰ ਨੂੰ ਤੇ ਹਲਕਾ ਛਾਟੇ ਨੂੰ ਸਮਾਰਟ ਸਿਟੀ ਬਣਾਉਣਾ ਵਾ। ਤਾਂ ਤਸਵੀਰਾਂ ਦਿਖਾਈਆਂ ਵਾ ਅੰਮ੍ਰਿਤਸਰ ਦੇ ਹਲਕਾ ਪੱਛਮੀ ਦੀਆਂ, ਜਿੱਥੋਂ ਦੇ ਕਿ ਲੋਕ ਬਰਸਾਤ ਦੇ ਪਾਣੀ ਨਾਲ ਜਿਹੜੇ ਕਿ 10 ਮਿੰਟ ਬਰਸਾਤ ਆਈ ਆ ਅਤੇ ਉਸ ਤੋਂ ਬਾਅਦ ਜਿਹੜਾ ਇੱਕ ਨਹਿਰ ਦਾ ਜਿਹੜਾ ਰੂਪ ਜਿਹੜਾ ਧਾਰਨ ਕਰ ਗਿਆ। ਤੁਸੀਂ ਦੇਖ ਰਹੇ ਹੋ ਲੋਕ ਇੱਥੋਂ ਜਿਹੜੇ ਕਿਸ ਤਰ੍ਹਾਂ ਔਖੇ ਹੋ ਕੇ ਲੰਘ ਰਹੇ ਨੇ ਅਤੇ ਪਾਣੀ ਵਿੱਚ ਡਿੱਗਣ ਨੂੰ ਮਜਬੂਰ ਹੋ ਗਏ ਨੇ। ਗੱਲਬਾਤ ਕਰਾਂਗੇ ਨੌਜਵਾਨਾਂ ਦੇ ਨਾਲ ਹੀ ਜਿਹੜੇ ਕਿ ਹੱਥਾਂ ਵਿੱਚ ਕਟੋਰੇ ਫੜ ਕੇ ਮੰਗਣ ਵਾਸਤੇ ਜਿਹੜਾ ਮਜਬੂਰ ਹੋ ਗਏ ਨੇ। ਗੱਲਬਾਤ ਕਰਾਂਗੇ ਸੋਤਾ ਜੀ ਨਾਲ। ਸੋਤਾ ਜੀ, ਅਜਿਹਾ ਕੀ ਕਾਰਨ ਬਣ ਗਿਆ ਤੁਸੀਂ ਅੱਜ ਹੱਥਾਂ 'ਚ ਕਟੋਰੇ ਫੜ ਕੇ ਲੋਕਾਂ ਨੂੰ ਖਿਲਾ ਕੇ ਪੈਸੇ ਮੰਗ ਰਹੇ ਹੋ? ਕੀ ਕਾਰਨ ਕੀ ਮੰਗਣ ਦਾ? ਗਰੇਵਾਲ ਸਾਹਿਬ, ਕਾਰਨ ਤੁਹਾਡੇ ਅੱਖਾਂ ਦੇ ਸਾਹਮਣੇ ਹੈ। ਦੇਖ ਲਓ ਕਿ ਇਹ ਜਿਹੜਾ ਰੋਡ ਹੈ ਇਹਨੇ ਇੱਕ ਛੱਪੜ ਦਾ ਰੂਪ ਧਾਰਨ ਕਰ ਲਿਆ ਹੈ। ਇੰਜ ਲੱਗਦਾ ਕਿ ਜਿਵੇਂ ਇਹ ਕੋਈ ਨਾਲਾ ਵਗ ਰਿਹਾ ਹੋਵੇ ਜਾਂ ਨਹਿਰ ਹੋਵੇ। ਸੋ ਕਾਫੀ ਦਿਨਾਂ ਤੋਂ ਜਿਹੜੇ ਅਸੀਂ ਜਦੋਂ ਵੀ ਮੀਂਹ ਪੈਂਦਾ ਹੈ, ਚਾਹੇ 5 ਮਿੰਟ ਪਵੇ 10 ਮਿੰਟ ਪਵੇ, ਤਾਂ ਇੱਥੇ ਪਾਣੀ ਜਿਹੜਾ ਬੜੇ ਵੱਡੇ ਪੱਧਰ ਤੇ ਜਮ੍ਹਾਂ ਹੋ ਜਾਂਦਾ ਹੈ। ਸੋ ਮੇਰੇ ਵੀਰ ਹੈਰੀ ਜੀ ਨੇ ਔਰ ਮੈਂ ਅਸੀਂ ਸਲਾਹ ਕੀਤੀ ਮਿਲ ਕੇ ਪਾਰਟੀ ਬਾਜ਼ੀਆਂ ਤੋਂ ਉੱਪਰ ਉੱਠ ਕੇ ਕਿਉਂ ਨਾ ਅਸੀਂ ਆਪਣੇ ਲੋਕਾਂ ਦੇ ਲਈ, ਆਪਣੇ ਹਲਕੇ ਦੇ ਲਈ ਮਿਲ ਕੇ ਕੁਝ ਕਰੀਏ। ਸੋ ਹੋਰ ਜਿਹੜਾ ਐਕਟੀਵਿਟੀਆਂ ਤੋਂ ਇਲਾਵਾ ਸਾਨੂੰ ਇਹ ਨਜ਼ਰ ਆਇਆ ਕਿ ਐਮਐਲਏ ਨੂੰ ਕਈ ਵਾਰ ਕਹਿਣ ਦੇ ਬਾਵਜੂਦ ਜਦੋਂ ਕੰਮ ਨਹੀਂ ਕਰ ਰਿਹਾ ਤਾਂ ਅਸੀਂ ਸੋਚਿਆ ਕਿ ਸ਼ਾਇਦ ਹੋ ਸਕਦਾ ਸਾਡਾ ਐਮਐਲਏ ਬੜਾ ਗਰੀਬ ਹੈ,
ਕਿਉਂਕਿ ਉਹਦੇ ਕੋਲ ਇੰਨੇ ਪੈਸੇ ਨਹੀਂ ਆ। ਤੇ ਸਾਡੀ ਸਰਕਾਰ ਵੀ ਜਿਹੜੀ ਮਾਨ ਦੀ ਸਰਕਾਰ ਹੈ ਉਹ ਸਾਰੇ ਪੈਸੇ ਤੇ ਪੰਜਾਬ ਦੇ ਉਹਨਾਂ ਨੇ ਜਿਹੜੇ ਐਡਵਰਟਾਈਜ਼ਮੈਂਟਾਂ ਤੇ ਖਰਚੇ ਕਰ ਲਏ ਨੇ, ਜਾਂ ਉਹਨਾਂ ਨੇ ਦੂਜੇ ਸਟੇਟਾਂ ਦੇ ਵਿੱਚ ਇਲੈਕਸ਼ਨ ਤੇ ਖਰਚ ਕਰ ਲਏ ਨੇ। ਤੇ ਹੋ ਸਕਦਾ ਹੈ ਕਿ ਤਾਜ਼ਾ ਵਿਆਹ ਵੀ ਹੋਇਆ ਹੈ, ਹਨੀਮੂਨ ਵੀ ਮਨਾਇਆ ਤੇ ਪੈਸੇ ਕਾਫੀ ਖਰਚ ਹੋ ਗਏ ਨੇ। ਸੋ ਇਸ ਕਰਕੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਅਸੀਂ ਆਮ ਲੋਕਾਂ ਦੇ ਕੋਲੋਂ ਪੈਸੇ ਇਕੱਠੇ ਕਰਕੇ ਆਪਣੇ ਐਮਐਲਏ ਨੂੰ ਦਈਏ, ਸਰਕਾਰ ਨੂੰ ਦਈਏ, ਤਾਂ ਜੋ ਜਿਹੜਾ ਸਾਡਾ ਰੋਡ ਹੈ ਇਹਦਾ ਕੋਈ ਸੁਧਾਰ ਹੋ ਸਕੇ। ਪਰ ਅਸੀਂ ਦੇਖਿਆ ਸੋਤਾ ਸਾਹਿਬ, ਜਦੋਂ ਤੁਸੀਂ ਲੋਕਾਂ ਗਾੜੀ ਹੱਥ ਅੱਡ ਰਹੇ ਸੀ, ਕਟੋਰਾ ਲੈ ਕੇ ਪੈਸੇ ਮੰਗ ਰਹੇ ਸੀ, ਤੇ ਅਸੀਂ ਦੇਖਿਆ ਵੀ ਕਈਆਂ ਨੇ ਪੈਸੇ ਦਿੱਤੇ ਤੇ ਕਈਆਂ ਨੇ ਪੈਸੇ ਦੇਣ ਤੋਂ ਇਨਕਾਰ ਵੀ ਕਰ ਦਿੱਤਾ ਸੀ। ਕੀ ਕਾਰਨ ਕੀ ਬਣਿਆ? ਲੋਕ ਇੰਨੇ ਨਿਰਦਈ ਕਹਿ ਸਕਦੇ ਆ ਵੀ ਕਿਉਂ ਨਿਰਦਈ ਹੋ ਗਏ? ਤੁਹਾਡੇ ਹਾਲਾਤ ਦੇਖੇ ਪੈਸੇ ਵੀ ਲੋਕਾਂ ਨੇ ਦੇਣ ਤੋਂ ਇਨਕਾਰ ਕਰਤਾ, ਕੀ ਕਾਰਨ ਕੀ ਬਣ ਗਿਆ ਇਹ? ਦੇਖੋ, ਇਹਦਾ ਕਾਰਨ ਸਭ ਤੋਂ ਵੱਡਾ ਹੈ ਜੀ ਬੇਇਤਬਾਰੀ ਉਹ ਸਰਕਾਰ ਦੇ ਉੱਤੇ। ਕਿਉਂਕਿ ਇਹ ਜਿਹੜੀ ਸਰਕਾਰ ਆਈ ਆ ਸੱਤਾ ਦੇ ਵਿੱਚ, ਇਹ ਜਿਹੜੇ ਐਮਐਲਏ ਬਣੇ ਨੇ ਮਾਨਯੋਗ ਸਾਡੇ, ਚਾਹੇ ਡਾਕਟਰ ਜਸਬੀਰ ਸਿੰਘ ਸੰਧੂ ਜੀ ਆ, ਇਹ ਹਾਸੇ ਭਾਣੇ ਜੀ ਬਣ ਗਏ ਆ। ਲੋਕਾਂ ਨੂੰ ਤੇ ਪਹਿਲਾਂ ਵਿਸ਼ਵਾਸ ਹੀ ਨਹੀਂ ਸੀ ਬਣਨਗੇ। ਹੁਣ ਲੋਕਾਂ ਨੇ ਪਹਿਲਾਂ ਗਲਤੀ ਜਿਹੜੀ ਕੀਤੀ ਹੈ, ਹਾਸੇ ਭਾਣੇ ਦੇ ਵਿੱਚ ਸਰਕਾਰ ਲੈ ਆਂਦੀ, ਹਾਸੇ ਭਾਣੇ 'ਚ ਇਹਨਾਂ ਨੂੰ ਮੰਤਰੀ ਬਣਾਤਾ, ਹਾਸੇ ਭਾਣੇ 'ਚ ਐਮਐਲਏ ਬਣ ਗਏ। ਤੇ ਹੁਣ ਜਦੋਂ ਪੰਜਾਬ ਦਾ ਪੈਸਾ ਇਹ ਬਾਹਰ ਲਾਈ ਜਾ ਰਹੇ ਆ ਤੇ ਲੋਕੀ ਤਾਂ ਨਹੀਂ ਸੀ ਪੈਸੇ ਦੇ ਰਹੇ। ਮੈਂ ਉਹਨਾਂ ਨੂੰ ਪੁੱਛਿਆ ਤੁਸੀਂ ਪੈਸੇ ਨਾ ਦੇਣ ਦਾ ਕਾਰਨ ਕੀ? ਉਹ ਕਹਿੰਦੇ ਤੁਸੀਂ ਸਰਕਾਰ ਐਮਐਲਏ ਨੂੰ ਦਿਓਗੇ, ਐਮਐਲਏ ਮੁੱਖ ਮੰਤਰੀ ਸਾਹਿਬ ਨੂੰ ਦੇਗਾ, ਤੇ ਮੁੱਖ ਮੰਤਰੀ ਸਾਹਿਬ ਜਾਂ ਤੇ ਹਨੀਮੂਨ ਤੇ ਖਰਚ ਕਰਨਗੇ ਤੇ ਜਾਂ ਫਿਰ ਬਾਹਰਲੀਆਂ ਸਟੇਟਾਂ ਦੇ ਤੇ ਜਾਂ ਅਖਬਾਰਾਂ ਦੇ ਵਿੱਚ। ਸੋ ਹਾਲਾਤ ਇਹ ਨੇ ਕਿ ਲੋਕ ਇੱਕ ਚੈਰਿਟੀ ਦੇ ਕੰਮਾਂ ਦੇ ਉੱਤੇ ਕਿ ਆਪਣੇ ਹਲਕੇ ਦਾ ਹੀ ਸੁਧਾਰ ਹੋਣਾ ਹੈ, ਉਸ ਦੇ ਪ੍ਰਤੀ ਵੀ ਲੋਕਾਂ ਦਾ ਵਿਸ਼ਵਾਸ ਸਰਕਾਰ ਦੇ ਉੱਤੇ ਨਹੀਂ ਰਿਹਾ। ਪਰ ਕਿਸ ਤਰ੍ਹਾਂ ਦੇਖਦੇ ਹੋ? ਅਸੀਂ ਦੇਖਿਆ ਵੀ ਇਹ ਹਾਲਾਤ ਜਿਹੜੇ ਨੇ, ਕਹਿੰਦੇ ਵੀ ਸਮਾਰਟ ਸਿਟੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਲਾਕੇ ਵਿੱਚ। ਇੱਕ ਮੇਰੇ ਡਾਕਟਰ ਜਿਹੜੇ ਜਸਬੀਰ ਸਿੰਘ ਸੰਧੂ ਨੇ, ਉਹ ਕਹਿੰਦੇ ਨੇ ਵੀ ਉਹ ਤਾਂ ਕੰਮ ਹੀ ਬਹੁਤ ਕਰਦੇ ਨੇ, ਸਵੇਰ ਤੋਂ ਲੈ ਕੇ ਕਹਿੰਦੇ ਸ਼ਾਮ ਨੂੰ 5 ਵਜੇ ਤੱਕ ਦਫ਼ਤਰ ਬਹਿੰਦੇ, ਨਾਲ ਉਹ ਇਕੱਲੇ ਹੀ ਨਹੀਂ ਬਹਿੰਦੇ। ਉਹ ਕਹਿੰਦੇ ਉਹਨਾਂ ਦਾ ਜਿਹੜਾ ਨਾਲ ਭਰਾ ਵੀ, ਬ੍ਰਦਰ ਵੀ ਆ, ਉਹ ਵੀ ਨਾਲ ਪਰਿਵਾਰਕ ਮੈਂਬਰ, ਉਹ ਵੀ ਬਹੁਤ ਇਲਾਕੇ ਨਾਲ ਸੇਵਾ ਕਰਦੇ ਨੇ, ਘਰ ਘਰ ਜਾ ਕੇ ਲੋਕਾਂ ਦੀ ਮਦਦ ਕਰਦੇ ਨੇ। ਤੁਸੀਂ ਕਹਿੰਦੇ ਆਪਣੇ ਇਲਾਕੇ 'ਚ ਨਹੀਂ ਵੜਦੇ ਹੋ। ਦੇਖੋ, ਜਿਹੜੀ ਐਮਐਲਏ ਸਾਹਿਬ ਦੀ ਗੱਲ ਹੈ, ਐਮਐਲਏ ਸਾਹਿਬ ਦੀ ਗੱਲ ਕਰਾਂ ਤਾਂ ਉਹ ਬਹੁਤ ਮਿਹਨਤ ਕਰਦੇ ਨੇ। ਸਵੇਰ ਉੱਠ ਕੇ ਆਪਣੇ ਦਫ਼ਤਰ ਦੇ ਵਿੱਚ ਜਾਂਦੇ ਨੇ, ਏਸੀ ਆਨ ਹੁੰਦਾ ਹੈ, ਲੱਤ ਤੇ ਲੱਤ ਧਰ ਕੇ ਉਹ ਫਿਰ ਫੇਸਬੁੱਕ ਤੇ ਟਗਾ ਟਕ ਮਿਹਨਤ, ਮੈਂ ਹਲਕੇ ਚਾਹ ਕੀਤਾ, ਮੈਂ ਹਲਕੇ ਚੌ ਕੀਤਾ, ਉਹ ਚੱਲਦੀ ਹੈ। ਤੇ ਰਹੀ ਗੱਲ ਉਹਨਾਂ ਦੇ ਬ੍ਰਦਰ ਦੀ, ਉਹ ਵੈਸੇ ਮੈਂਟਲੀ ਅਫਸਰ ਨੇ, ਮੈਂ ਉਹਨਾਂ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਮੁੜ ਕੇ ਐਮਐਲਏ ਸਾਹਿਬ ਨੂੰ ਮਾਫੀ ਮੰਗਣੀ ਪੈਂਦੀ ਹੈ। ਸੋ ਜਿਹੜੇ ਐਮਐਲਏ ਸਾਹਿਬ ਦੀ ਗੱਲ ਹੈ, ਉਹ ਐਮਐਲਏ ਸਾਹਿਬ ਸਾਡੇ ਸਿਰਫ ਫੇਸਬੁੱਕ ਹੀ ਐਮਐਲਏ ਨੇ। ਤੁਸੀਂ ਕਹਿ ਰਹੇ ਹੋ ਵੀ ਐਮਐਲਏ ਸਾਹਿਬ ਦੇ ਜਿਹੜੇ ਬ੍ਰਦਰ ਨੇ ਉਹ ਮੈਂਟਲੀ ਅਫਸਰ ਨੇ, ਪਰ ਅਸੀਂ ਦੇਖਿਆ ਵੀ ਕਈ ਵਾਰੀ ਆਪਣੇ ਹਲਕੇ ਵਿੱਚ ਜਾ ਕੇ ਉਦਘਾਟਨ ਵੀ ਕਰਦੇ ਆਉਂਦੇ ਨੇ ਸੜਕਾਂ ਦਾ, ਜਾਂ ਹੋਰ ਚੀਜ਼ਾਂ ਦਾ ਉਦਘਾਟਨ ਕਰਦੇ ਨੇ। ਤੁਸੀਂ ਕਹਿੰਦੇ ਉਹ ਠੀਕ ਨਹੀਂ ਹੈਗੇ। ਦੇਖੋ, ਜਦੋਂ ਬੰਦੇ ਦਾ ਦਿਮਾਗੀ ਸੰਤੁਲਨ ਖਰਾਬ ਹੋਵੇ ਨਾ, ਤੇ ਉਹ ਐਵੇਂ ਹੀ ਤੁਸੀਂ ਦੇਖਿਆ ਜਿਹੜੇ ਜਿਨ੍ਹਾਂ ਦਾ ਦਿਮਾਗੀ ਸੰਤੁਲਨ ਖਰਾਬ ਹੋਵੇ, ਐਵੇਂ ਕੋਈ ਰੋੜਾ ਇੱਥੋਂ ਚੁੱਕੀ ਜਾਂਦਾ, ਕੋਈ ਉੱਥੋਂ ਲਿਫਾਫਾ ਚੁੱਕੀ ਜਾਂਦਾ। ਹੁਣ ਦੇਖੋ, ਜੇ ਵਿਕਾਸ ਦੇ ਕਾਰਜ ਕੀਤੇ ਹੋਣ ਤੇ ਅੱਜ ਇਹ ਹਾਲਾਤ ਨਾ ਬਣਨ, ਸਾਨੂੰ ਹੱਥਾਂ 'ਚ ਕਟੋਰੇ ਫੜ ਕੇ ਸੜਕ ਦੇ ਉੱਤੇ ਨਾ ਪਵੇ। ਉਹ ਬਸ ਆਪਣੀ ਰੌਂ ਦੇ ਵਿੱਚ, ਜਦੋਂ ਰੌਂ ਆਇਆ ਜਿੱਧਰ ਨੂੰ ਉਧਰ ਫੀਤਾ ਚਲਾ ਦਿੰਦੇ, ਮੈਂ ਐਮਐਲਏ ਦਾ ਬ੍ਰਦਰ ਹੂੰ। ਹੁਣ ਇਸ ਤੋਂ ਵੱਧ ਕੀ ਤਰਸਯੋਗ ਹਾਲਾਤ ਹੋਣਗੇ ਕਿ ਤੁਸੀਂ ਪਿਛਲੇ ਦਿਨਾਂ 'ਚ ਦੇਖਿਆ ਸੀ ਐਮਐਲਏ ਸਾਹਿਬ ਨੂੰ ਮਾਫੀ ਮੰਗਣੀ ਪਈ। ਕਹਿੰਦੇ ਮੈਂ ਤੇ ਦਫ਼ਤਰ 'ਚ ਲਾਇਆ ਸੀ, ਤੇ ਜਿਹਦੇ ਦਫ਼ਤਰ ਦੇ ਜਿਹੜਾ ਕਾਰਜਕਾਰੀ ਹੈ, ਜਿਹੜਾ ਉਹਦਾ ਪ੍ਰਧਾਨ ਹੈ ਦਫ਼ਤਰ ਦਾ, ਉਹੀ ਜੇ ਮੈਂਟਲ ਹੋਏਗਾ ਤੇ ਸਰਕਾਰ ਕਿੱਦਾਂ ਦੀ ਹੋਣੀ ਤੇ ਐਮਐਲਏ ਕਿੱਦਾਂ ਦਾ ਹੋਏਗਾ? ਪਰ ਕਿਸ ਤਰ੍ਹਾਂ ਦੇ ਦਿਓ? ਅਸੀਂ ਲੱਗਦਾ ਨਹੀਂ ਵੀ ਤੁਸੀਂ ਅਕਾਲੀ ਦਲ ਦੇ ਨੁਮਾਇੰਦੇ ਜੇ, ਕਿ ਲੱਗਦਾ ਨਹੀਂ ਤੁਹਾਡੇ ਜਿਹੜਾ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ, ਉਹਨਾਂ ਵੱਲੋਂ ਪਾਣੀ ਦੀ ਬੱਸਾਂ ਚਲਾਈਆਂ ਗਈਆਂ ਸੀ, ਲੱਗਦਾ ਸ਼ਾਇਦ ਉਹ ਅੱਜ ਇੱਥੇ ਕੰਮ ਆਉਣਗੀਆਂ। ਦੇਖੋ, ਤਿਆਰੀ ਚੱਲ ਰਹੀ ਹੈ ਮੇਰੀ। ਮੈਂ ਕੋਸ਼ਿਸ਼ ਕਰ ਰਿਹਾ ਕਿ ਪ੍ਰਧਾਨ ਸਾਹਿਬ ਦੇ ਨਾਲ ਸੰਪਰਕ ਕਰਕੇ ਉਹਨਾਂ ਨੂੰ ਬੇਨਤੀ ਕਰਾਂ ਕਿ ਵੱਡੇ ਪੱਧਰ ਤੇ ਨਹੀਂ ਤਾਂ ਛੋਟੇ ਪੱਧਰ ਦੇ ਉੱਤੇ ਹੀ ਇੱਕ ਹਲਕਾ ਪੱਛਮੀ ਨੂੰ ਸਾਨੂੰ ਜਿਹੜੀ ਹੈ ਇਹ ਪਾਣੀ ਵਾਲੀ ਬੱਸ ਜਾਂ ਇੱਕ ਬੇੜੀ ਪ੍ਰੋਵਾਈਡ ਕੀਤੀ ਜਾਵੇ, ਤਾਂ ਜੋ ਜਿਹੜੇ ਸਾਡੇ ਹਲਕੇ ਦੇ ਲੋਕ ਨੇ ਇਹਨਾਂ ਨੂੰ ਪਰੇਸ਼ਾਨੀ ਨਾ ਹੋਵੇ। ਕਿਉਂਕਿ ਐਮਐਲਏ ਸਾਹਿਬ ਤਾਂ ਸਾਡੇ, ਉਹਨਾਂ ਨੂੰ ਵੇਲ ਹੀ ਨਹੀਂ। ਮੈਂ ਤੁਹਾਨੂੰ ਦੱਸਿਆ, ਬਹੁਤ ਬਿਜ਼ੀ ਨੇ, ਇੰਨੇ ਜ਼ਿਆਦਾ ਕਾਰਜਸ਼ੀਲ ਨੇ ਕਿ ਉਹਨਾਂ ਦੇ ਕੰਮ ਤੁਸੀਂ ਫੇਸਬੁੱਕ ਤੇ ਧੜਾ ਧੜ ਦੇਖ ਸਕਦੇ ਹੋ। ਜਿੰਨੀਆਂ ਪੋਸਟਾਂ ਕੱਢੋਗੇ ਤੁਹਾਨੂੰ ਕੰਮ ਹੀ ਕੰਮ ਨਜ਼ਰ ਆਉਣਗੇ, ਜ਼ਮੀਨੀ ਪੱਧਰ ਤੇ ਕੁਝ ਵੀ ਨਹੀਂ ਨਜ਼ਰ ਆਏਗਾ। ਗਰੇਵਾਲ ਸਾਹਿਬ, ਸਭ ਤੋਂ ਦੁੱਖ ਦੀ ਗੱਲ ਦੱਸਦਾ ਹੈ ਕਿ ਐਸੇ ਰੋਡ ਤੋਂ, ਇਹ ਭੰਗਾਰੀ ਚੌਂਕ ਦੇ ਵਿੱਚ ਖੜੇ ਆ, ਐਸੇ ਰੋਡ ਤੋਂ 4 ਗਲੀਆਂ ਛੱਡ ਕੇ ਮਾਨਯੋਗ ਐਮਐਲਏ ਸਾਹਿਬ ਦੀ ਰਿਹਾਇਸ਼ ਹੈ, ਔਰ ਰੋਜ਼ ਹੀ ਉਹਨਾਂ ਦਾ ਇਸ ਰੋਡ ਤੋਂ ਆਉਣਾ ਜਾਣਾ ਹੈ। ਖਾਸ ਕਰਕੇ ਉਹਨਾਂ ਦੇ ਚੇਲੇ ਚਪਾਟੇ ਜਿਹੜੇ ਫੇਸਬੁੱਕ ਦੇ ਯੋਧੇ ਨੇ, ਆਮ ਆਦਮੀ ਪਾਰਟੀ ਦੇ ਝਾੜੂ ਚੁੱਕ ਕੇ ਜਿਹੜੇ ਜੰਗ ਲੜਦੇ ਨੇ। ਲੋਕੀ ਸਾਡੇ ਪੁਰਖਿਆਂ ਨੇ, ਵੱਡਿਆਂ ਨੇ ਜੰਗਾਂ ਲੜੀਆਂ ਕਿਰਪਾਨਾਂ ਦੇ ਨਾਲ, ਤਲਵਾਰਾਂ ਦੇ ਨਾਲ, ਬੰਦੂਕਾਂ ਦੇ ਨਾਲ, ਪਰ ਇਹ ਇਹਨਾਂ ਦੇ ਜਿਹੜੇ ਯੋਧੇ ਨੇ ਉਹ ਝਾੜੂ ਫੜ ਕੇ ਫੇਸਬੁੱਕ ਦੇ ਉੱਤੇ ਜੰਗ ਲੜਦੇ ਨੇ। ਉਹਨਾਂ ਦਾ ਵੀ ਜਿਹੜਾ ਰਸਤਾ ਇਹੀ ਹੈ। ਪਰ ਦੁੱਖ ਦੀ ਗੱਲ ਹੈ ਕਿ ਐਮਐਲਏ ਵੀ ਇੱਥੋਂ ਦਾ ਹੋਵੇ, ਆਮ ਆਦਮੀ ਪਾਰਟੀ ਦੇ ਜਿਹੜੇ ਸਰਗਰਮ ਫੇਸਬੁੱਕ ਦੇ ਯੋਧੇ ਵੀ ਇੱਥੋਂ ਦੇ ਹੋਣ ਤੇ ਰੋਡ ਦਾ ਫੇਰ ਹਾਲੇ ਹੋਈ ਹੋਵੇ। ਪਰ ਕਿਸ ਤਰ੍ਹਾਂ ਦੇ ਦਿਓ ਸੋਤਾ ਸਾਹਿਬ? ਉਹਨਾਂ ਕਹਿਣਾ ਵੀ ਸੌਣ ਦਾ ਮਹੀਨਾ ਵਾ, ਬਰਸਾਤਾਂ ਦੇ ਪੈਣੀਆਂ ਹੁੰਦੀਆਂ ਵਾ, ਇਹ ਕੋਈ ਨਵਾਂ ਕੰਮ ਨਹੀਂ ਹੈ। ਬਰਸਾਤਾਂ ਦੇ ਕਹਿੰਦੇ ਸੌਣ ਦੇ ਮਹੀਨੇ 'ਚ ਪੈਣੀਆਂ ਹੁੰਦੀਆਂ। ਉਹਨਾਂ ਕਹਿਣਾ ਵੀ ਲੱਗਦਾ ਸਾਡੀ ਸਰਕਾਰ ਨੂੰ, ਸਾਡੇ ਐਮਐਲਏ ਸਾਹਿਬ ਨੂੰ ਭੰਡਦੇ ਆ ਇਹ ਲੋਕ, ਕਹਿੰਦੇ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਨੇ।
ਕਿਉਂਕਿ ਭਗਤਾਂ ਦਾ ਕਹਿਣਾ ਵਾਰ-ਵਾਰ ਤੁਹਾਨੂੰ ਮੈਨੂੰ ਲੱਗਦਾ ਕਮੈਂਟ 'ਤੇ ਭਰ ਦੇਣਾ ਵੀ ਇਹ ਅਕਾਲੀ ਦਾ ਬੰਦੇ ਚੱਕ ਲੈਂਦੇ ਜਾਣ ਕੇ ਬੋਲਦੇ ਸਾਨੂੰ ਸਰਕਾਰ ਨੂੰ ਬਦਨਾਮ ਕਰਦੇ ਨੇ। ਕਿਸ ਤਰ੍ਹਾਂ ਦੇ ਦਿਓ? ਦੇਖੋ ਜਿਹੜੀ ਬਦਨਾਮੀ ਦੀ ਗੱਲ ਹੈ, ਜਦੋਂ ਕਾਂਗਰਸ ਦੀ ਸਰਕਾਰ ਸੀ ਜਾਂ ਦੂਜੀ ਸਰਕਾਰਾਂ ਸੀ, ਜਿੱਥੇ ਨਾਕਾਮੀ ਰਹੀ ਅਸੀਂ ਹਰ ਜਗ੍ਹਾ ਬੋਲਦੇ ਰਹੇ ਹਾਂ। ਹੁਣ ਜਿਹੜੀ ਤੁਸੀਂ ਗੱਲ ਕਰ ਰਹੇ, ਸੌਣ ਮਹੀਨਾ ਚੜ੍ਹਿਆ, ਇੱਕ ਸੌਂਗ ਹੈ, ਸੌਣ ਮਹੀਨਾ ਚੜ੍ਹਿਆ ਬਰਸਾਤਾਂ ਚਾਲੂ ਹੋ ਗਈਆਂ, ਤੇਰੇ ਮੇਰੇ ਮਿਲਣ ਵਾਲੀਆਂ ਰਾਤਾਂ ਚਾਲੂ ਹੋ ਗਈਆਂ, ਤੇ ਮਸ਼ਰੂਫ ਹੋਏ ਨੇ ਮੁੱਖ ਮੰਤਰੀ ਸਾਹਿਬ ਤੇ ਵੈਸੇ ਹੀ ਮਸ਼ਰੂਫ ਨੇ, ਹਨੀਮੂਨ ਮੰਥ ਉਹਨਾਂ ਦਾ ਚੱਲ ਰਿਹਾ ਹੈ। ਐਮਐਲਏ ਸਾਹਿਬ ਵੀ ਪਤਾ ਨਹੀਂ ਕਿਹੜਿਆਂ ਰੰਗਾਂ 'ਚ ਰਹਿੰਦੇ ਨੇ, ਜਦੋਂ ਫੋਨ ਕਰ ਲਓ ਉਦੋਂ ਕਹਿੰਦੇ ਨਹੀਂ ਜੀ ਉਹ ਇੱਥੇ ਹੈਗੇ ਹੀ ਨਹੀਂ ਆ। ਮੈਨੂੰ ਲੱਗਦਾ ਕਦੀ ਸ਼ਿਮਲੇ ਕਦੀ ਕਿਤੇ ਉਹਨਾਂ ਦਾ ਚੱਲਦਾ ਹੀ ਰਹਿੰਦੇ ਨੇ। ਉਹ ਵੈਸੇ ਵੀ ਬੜੇ ਉਹਨਾਂ ਦੇ ਜਿਹੜੇ ਮਾਮਲੇ ਬੜੇ ਹੀ ਮਸ਼ਹੂਰ ਨੇ। ਸੋ ਇਹ ਜਿਹੜੀਆਂ ਤੁਸੀਂ ਕਮੈਂਟ ਬਾਕਸ ਦੀ ਗੱਲ ਕਰਦੇ ਹੋ, ਇਹ ਉਹੀ ਬਿਆਨਬਾਜ਼ੀਆਂ ਕਰਦੇ ਨੇ ਜਿਨ੍ਹਾਂ ਨੇ ਹੱਥ 'ਚ ਝਾੜੂ ਫੜਿਆ ਹੈ। ਇਹ ਝਾੜੂ ਵਾਲੇ ਜਿਹੜੇ ਫੇਸਬੁੱਕ ਯੋਧੇ ਨੇ ਉਹੀ ਗੱਲ ਕਰਦੇ ਨੇ। ਮੈਂ ਤੁਹਾਨੂੰ ਦੱਸ ਰਿਹਾ, ਉਹਨਾਂ ਦਾ ਵੀ ਮੋਟਰਸਾਈਕਲ ਇੱਥੋਂ ਹੀ ਲੰਘਦਾ ਹੈ। ਹੋ ਸਕਦਾ ਕਈ ਵਾਰੀ ਉਹ ਡਿੱਗੇ ਵੀ ਹੋਣਗੇ, ਵਿੱਚ ਉਹਨਾਂ ਦੇ ਰਿਸ਼ਤੇਦਾਰ ਡਿੱਗੇ ਹੋਣਗੇ, ਉਹਦੇ ਭੈਣ ਭਰਾ ਵਿੱਚ ਡਿੱਗਿਆ ਹੋਏਗਾ, ਪਰ ਉਹ ਇੰਨੇ ਬਸ਼ਰਮ ਲੋਕ ਨੇ, ਉਹ ਫਿਰ ਵੀ ਕਹਿੰਦੇ ਨੇ ਸਾਡਾ ਝਾੜੂ ਜਿੰਦਾਬਾਦ। ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਦੇਖ ਰਹੇ ਹੋ ਹਲਕਾ ਪੱਛਮੀ ਦੀਆਂ ਤਸਵੀਰਾਂ, ਜਿੱਥੇ ਕਿ ਲੋਕ ਪਾਣੀ ਵਿੱਚ ਡੁੱਬਣ ਨੂੰ ਮਜਬੂਰ ਹੋ ਰਹੇ ਨੇ। ਥੋੜੀ ਕੀ ਬਰਸਾਤ ਦੇ ਕਾਰਨ ਪਾਣੀ ਜਿਹੜਾ ਵਾ ਇੱਕ ਨਹਿਰ ਦਾ ਰੂਪ ਜਿਹੜਾ ਧਾਰਨ ਕਰ ਰਿਹਾ। ਤੁਸੀਂ ਹਲਕਾ ਪੱਛਮੀ ਦੀਆਂ ਤਸਵੀਰਾਂ ਦੇਖ ਰਹੇ ਹੋ, ਲੋਕ ਕਿੰਨੇ ਮਜਬੂਰ ਹੋ ਗਏ ਨੇ ਅਤੇ ਆਪਣੇ ਹਲਕੇ ਦੇ ਐਮਐਲਏ ਡਾਕਟਰ ਜਸਵੀਰ ਸਿੰਘ ਨੂੰ ਜਿਹੜੇ ਉਹ ਉਡੀਕ ਰਹੇ ਨੇ ਵੀ ਕਦੋਂ ਇਸ ਇਲਾਕੇ ਨੂੰ ਆ ਕੇ ਜਿਹੜਾ ਉਹ ਦੇਖਣ, ਅਤੇ ਕੁਝ ਥੋੜੀ ਹੀ ਦੂਰ ਤੇ ਜਿਹੜੇ ਕਿ ਡਾਕਟਰ ਸਾਹਿਬ ਦੀ ਜਿਹੜੀ ਡਾਕਟਰ ਐਮਐਲਏ ਸਾਹਿਬ ਨੇ ਡਾਕਟਰ ਜਸਵੀਰ ਸਿੰਘ ਸੰਧੂ ਉਹਨਾਂ ਦੀ ਰਿਹਾਇਸ਼ ਆ, ਅਤੇ ਬਿਲਕੁਲ ਅਸੀਂ ਦੇਖਦੇ ਹਾਂ ਵੀ ਹਾਲਾਤ ਇਸ ਤਰ੍ਹਾਂ ਦੇ ਹੋਣਗੇ ਤੇ ਆਮ ਲੋਕਾਂ ਦਾ ਕੀ ਹੋਊਗਾ। ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਨੌਜਵਾਨ ਦੇ ਨਾਲ। ਹੈਰੀ ਜੀ, ਜਿੰਨੇ ਕਿ ਤੁਸੀਂ ਪੈਸੇ ਫੜੇ ਹੱਥਾਂ 'ਚ ਮੰਗ ਰਹੇ, ਅਸੀਂ ਦੇਖਿਆ ਕਿ ਲੱਗਦਾ ਇਸੇ ਨਾਲ ਕੋਈ ਸੜਕ ਦਾ ਹੱਲ ਹੋ ਜਾਊਗਾ, ਕੋਈ ਮਦਦ ਹੋ ਜੂ ਇਸ ਤਰ੍ਹਾਂ? ਬਿਲਕੁਲ ਹੋਏਗੀ ਜੀ। 2 ਗਲੀਆਂ ਛੱਡ ਕੇ ਐਮਐਲਏ ਸਾਹਿਬ ਰਹਿੰਦੇ ਆ, ਬੜੀ ਖੁਸ਼ੀ ਦੀ ਗੱਲ ਆ। ਉਹਨਾਂ ਦੇ ਇਲਾਕੇ 'ਚ ਆਏ ਆ ਤੇ ਲੋਕਾਂ ਦਾ ਜਿਹੜਾ ਅਸਰ ਆ, ਉਹਨਾਂ ਪ੍ਰਤੀ ਪਿਆਰ ਆ, ਉਹ ਡੁੱਲ ਕੇ ਵਿਖਿਆ ਸਾਨੂੰ। ਮਤਲਬ ਕੋਈ ਡਿੱਗ ਰਿਹਾ, ਕੋਈ ਭੱਜਾ ਹੀ ਜਾ ਰਿਹਾ, ਚੱਕਰ 'ਚ ਫਸ ਗਿਆ। ਮਤਲਬ ਐਮਐਲਏ ਸਾਹਿਬ ਦੀ ਇੰਨੀ ਕੁ ਜਿਹੜੀ ਇੱਥੇ ਰੁਤਬਾ ਬਣਿਆ, ਉਹ ਵੇਖਣ ਨੂੰ ਅੱਜ ਮਿਲਿਆ। ਆ ਜਿਹੜੇ ਪੈਸੇ ਅਸੀਂ ਇਕੱਠੇ ਕਰ ਰਹੇ ਆ, ਅਸੀਂ ਚਾਹੁੰਦੇ ਆ ਵੀ ਇਹ ਪੈਸੇ ਗਰੀਬ ਸਰਕਾਰ ਆ। ਇਹ ਪਹਿਲਾਂ ਇਹਨਾਂ ਦਾ ਬਿਆਨ ਸੀ, ਸਾਡੀ ਗਰੀਬ ਸਰਕਾਰ ਆ, ਆਮ ਆਦਮੀ ਪਾਰਟੀ ਗਰੀਬ ਸਰਕਾਰ ਆ। ਪਹਿਲਾ ਬਿਆਨ ਸੀ ਇਹਨਾਂ ਦਾ ਜਦੋਂ ਹਾਲੇ ਇਲੈਕਸ਼ਨ ਲੜ ਰਹੇ ਸੀ। ਪਰ ਗਰੀਬ ਸਰਕਾਰ ਸੱਤਾ 'ਚ ਆਉਂਦਿਆਂ ਹੀ ਉਹ ਸੂਬਿਆਂ 'ਚ ਆਪਣੀ ਖਬਰ ਲਵਾ ਰਹੀ ਹੈ ਜਿਹੜੇ ਸੂਬੇ ਦਾ ਪੰਜਾਬ ਨਾਲ ਕੋਈ ਨਾਤਾ ਹੀ ਨਹੀਂ। ਗੁਜਰਾਤ ਹੋਇਆ, ਹਿਮਾਚਲ ਹੋਇਆ, ਹੋਰ ਇਹੋ ਜਿਹੇ ਸੂਬੇ, ਉੱਥੇ ਇਸ਼ਤਿਹਾਰ 2900 ਕਰੋੜ ਦੇ ਜਿਹੜੇ ਆ ਉਹ ਇਸ਼ਤਿਹਾਰ ਲੱਗ ਰਹੇ। ਨਾਲ ਦੀ ਨਾਲ ਉਹ ਦੂਸਰੇ ਸੂਬੇ 'ਚ ਇੱਕ ਗੱਲ ਕਹਿ ਰਿਹਾ, ਜੇ ਗੁਜਰਾਤ ਜਾਂਦੇ ਉਹ ਕਹਿੰਦੇ ਹੋਵੇ ਪੰਜਾਬ ਦੇ ਵਿੱਚ ਕਰਪਸ਼ਨ ਬਿਲਕੁਲ ਫ੍ਰੀ ਹੋ ਗਈ, ਲੋਕ ਜਿਹੜੇ ਬੜੇ ਸੌਖੇ ਨੇ, ਲੋਕ ਸੜਕਾਂ ਦੇ ਉੱਤੇ ਜਿਹੜੇ ਸਵਿਮਿੰਗ ਪੂਲ ਬਣਾ ਕੇ ਬੈਠੇ ਨੇ। ਮਤਲਬ ਇੰਨੇ ਲੋਕ ਸੁਖਾਲੇ ਹੋ ਗਏ। ਉਹ ਸੱਚੀ ਗੱਲ ਹੈ। ਅੱਜ ਭਰਾਵਾ ਅਸੀਂ ਦੇਖ ਰਹੇ ਹਾਂ ਗਰੇਵਾਲ ਸਾਹਿਬ ਵੀ ਲੋਕ ਜਿਹੜੇ ਆ ਨਾ ਸਵਿਮਿੰਗ ਪੂਲ ਜਿਹੜੇ ਆ ਉਹ ਸੜਕਾਂ ਦੇ ਉੱਤੇ ਦਿਖ ਰਿਹਾ, ਤੇ ਹਰ ਸੂਬੇ 'ਚ ਤੇ ਹਰ ਸੂਬੇ ਦੇ ਹਰ ਗਲੀ ਮਹੱਲੇ 'ਚ ਸਾਨੂੰ ਉਹ ਦਿਖ ਰਿਹਾ। ਐਮਐਲਏ ਸਾਹਿਬ ਇਸ ਵੇਲੇ 4 ਗਲੀਆਂ ਰਹਿੰਦੇ ਹੋਣ ਤੇ ਉਹ ਰੋਜ਼ ਜਦੋਂ ਇੱਥੋਂ ਲੰਘਦੇ ਹੋਣਗੇ, ਉਹ ਕਿਤੇ ਨਾ ਕਿਤੇ ਆਪਣੀ ਪਿੱਠ ਆਪ ਥਪਤਾਉਂਦੇ ਹੋਣੇ ਆ ਵੀ ਮੈਂ ਬਹੁਤ ਵਧੀਆ ਐਮਐਲਏ ਚੁਣਿਆ ਗਿਆ। ਐਮਐਲਏ ਚੁਣ ਕੇ ਜਿਹੜਾ ਮੈਨੂੰ ਲੋਕਾਂ ਨੇ ਸੱਤਾ 'ਚ ਭੇਜਿਆ ਸੀ, ਤੇ ਅੱਜ ਉਹਨਾਂ ਦੀਆਂ ਆਸ ਉਮੀਦਾਂ ਤੇ ਕਿਤੇ ਨਾ ਕਿਤੇ ਖਰਾ ਉਤਰਿਆ। ਕਿਉਂਕਿ ਸਰਕਾਰ ਕਹਿੰਦੀ ਮੈਂ ਰੁਜ਼ਗਾਰ ਦਾ ਪ੍ਰਬੰਧ ਵੀ ਕਰਨਾ, ਜਿਵੇਂ ਹੁਣੇ ਸੋਤਾ ਸਾਹਿਬ ਗੱਲ ਕਰ ਗਏ ਨੇ ਵੀ ਮੈਂ ਸੁਖਬੀਰ ਬਾਦਲ ਜੀ ਨਾਲ ਬੱਸ ਦੀ ਗੱਲ ਕਰੂੰਗਾ ਵੀ ਬੱਸ ਜਿਹੜੀ ਹੈ ਇੱਥੇ ਭੇਜੀ ਜਾਵੇ। ਪਰ ਮੈਂ ਗੱਲ ਕਹਿਣਾ ਚਾਹੁੰਦਾ ਵੀ ਸਾਨੂੰ ਇੱਕ ਬੱਸ ਦੀ ਨਹੀਂ ਜ਼ਰੂਰਤ, ਹਰ ਗਲੀ ਮਹੱਲੇ ਦੇ ਬਾਹਰ ਸਾਨੂੰ ਉਹ ਬੱਸ ਦੀ ਜ਼ਰੂਰਤ ਆ। ਉਹਦੇ ਨਾਲ ਡਰਾਈਵਰ ਵਧਣਗੇ, ਕੰਡਕਟਰ ਵਧਣਗੇ, ਜਿਹੜੇ ਚਲਾਉਣ ਵਾਲੇ ਆ ਹੋਰ ਵੀ ਉਹਦੀ ਰਿਪੇਅਰ ਵਾਲੇ ਵਧਣਗੇ, ਉਹਦੇ ਨਾਲ ਕਾਰੋਬਾਰ ਵਧੇਗਾ। ਤੇ ਦੂਜੀ ਗੱਲ ਇਹ ਆ, ਜਿੱਥੇ ਇੱਥੇ ਪਾਣੀ ਖੜਿਆ ਇੱਥੇ ਉਹਨਾਂ ਨੇ ਪੂੰਗ ਛੱਡ ਦੇਣਾ। ਪੂੰਗ ਛੱਡਣ ਨਾਲ ਜਿਹੜਾ ਵਾ ਉਹ ਮੱਛੀ ਪਾਲਣ ਹੋ ਜਾਣਾ। ਮੱਛੀ ਪਾਲਣ ਨਾਲ ਜਿਹੜਾ ਵਾ ਲੋਕਾਂ ਦਾ ਰੁਜ਼ਗਾਰ ਵਧਣਾ। ਤੁਸੀਂ ਝੂਠ ਬੋਲ ਰਹੇ ਹੋ ਵੀ ਆਮ ਆਦਮੀ ਪਾਰਟੀ ਕੁਛ ਨਹੀਂ ਕਰ ਰਹੀ। ਬੜੇ ਵੱਡੇ ਪੱਧਰ ਤੇ ਉਹ ਜਿਹੜੀਆਂ ਮੱਛੀ ਪਾਲਣ ਦਾ ਜਿਹੜਾ ਫਾਰਮ ਖੋਲ੍ਹ ਰਹੀ ਆ, ਹਰ ਗਲੀ, ਹਰ ਨੁੱਕਰ, ਹਰ ਮਹੱਲੇ 'ਚ ਹਰ ਬੰਦਾ ਜਿਹੜਾ ਵਾ ਆਪ ਜਿਹੜਾ ਵਾ ਉਹ ਸਮਰਥ ਹੋਊਗਾ ਇਸ ਕੰਮ ਲਈ। ਤੇ ਨਾਲੇ ਐਮਐਲਏ ਸਾਹਿਬ ਨੂੰ ਹੋਰ ਸੌਖਿਆ ਵੀ ਆ 2 ਗਲੀਆਂ ਛੱਡ ਕੇ ਉਹਨਾਂ ਦਾ ਘਰ ਆ, ਉਹਨਾਂ ਦੇ ਬਾਹਰ ਖਲੋਤੇ ਆ ਘਰ ਦੇ। ਇੱਥੋਂ ਦੇ ਲੋਕ, ਉਹਨਾਂ ਨੂੰ ਖਾਣ ਪੀਣ ਦਾ ਸ਼ੌਂਕ ਆ ਤੇ ਗੱਡੀਆਂ ਪਲਟਾਉਣ ਦਾ ਵੀ ਸ਼ੌਂਕ ਹੈ, ਤੇ ਉਹਦੇ ਵਿੱਚ ਵੀ ਜਿਹੜੀ ਪੀਤੀ ਉਹ ਵੀ ਪਤਾ ਲੱਗ ਜਾਂਦੇ, ਤੇ ਨੰਬਰ ਪਲੇਟਾਂ ਲਾ ਕੇ ਭੱਜਣ ਦਾ ਵੀ ਸ਼ੌਂਕ ਹੈ। ਤੇ ਨਾਲੇ ਲੋਕ ਜਿਹੜੇ ਆ ਉਹਨਾਂ ਨੂੰ ਆਵਾਜ਼ ਮਾਰ ਕੇ, ਹਾਕ ਕੇ, ਰੋਕ ਕੇ ਕਿਹਾ ਕਰਨਗੇ ਕਿ ਐਮਐਲਏ ਸਾਹਿਬ ਰੁਕੋ, ਅਸੀਂ ਤੁਹਾਡੇ ਬੂਹੇ ਦੇ ਅੱਗੋਂ ਮੱਛੀ ਫੜੀ ਆ, ਤੇ ਮੱਛੀ ਬੜੀ ਤਗੜੀ ਫੜੀ ਆ ਵੀ 4 ਦਿਨ ਤੁਹਾਡੇ ਲੰਘ ਜਾਣਗੇ। ਲੋਕ ਕਿਹੜੀਆਂ ਮੱਛੀਆਂ ਉਹਨਾਂ ਨੂੰ ਫੜ ਕੇ ਦੇਣਗੇ। ਪਰ ਹੈਰੀ ਭਾਜੀ, ਅਸੀਂ ਸੁਣਿਆ ਵੀ ਜ਼ਿਆਦਾ ਬਿਆਸ ਦੀ ਮੱਛੀ ਜਾਂ ਹਰੀਕੇ ਪਤਾ ਨਹੀਂ ਬੜੀ ਮੱਛੀ ਮਸ਼ਹੂਰ ਆ, ਇਹ ਨਵੀਂ ਮੱਛੀ ਕਿਹੜੀ ਲੈ ਕੇ ਆਓਗੇ ਤੁਸੀਂ? ਭਾਈ ਕਪੱਤਗੜ੍ਹ ਦੀ। ਅੱਛਾ, ਕਪੱਤਗੜ੍ਹ ਦੀ ਮੱਛੀ ਬੜੀ ਮਸ਼ਹੂਰ ਹੋ ਜਾਣੀ ਆ ਭਾਜੀ।
ਅਮਰੀਕਾ ਨੇ ਜਿਵੇਂ ਇਹਨਾਂ ਦਾ ਉਹ ਹਸਪਤਾਲ ਇਹਨਾਂ ਨੇ ਅਮਰੀਕਾ ਨੇ ਉਹ ਪੈਟਰਨ ਮੰਗਿਆ ਇਹਨਾਂ ਕੋਲ, ਤਾਂ ਜਿਹੜੀ ਕਪੱਤਗੜ੍ਹ ਦੀ, ਕੋਟ ਖਾਲਸਾ ਦੀ, ਘਣਪੁਰ ਚੌਂਕ ਦੀ, ਕਾਲੇ ਪਿੰਡ ਦੇ ਉਹ ਕਾਲੇ ਨਾਲੇ ਦੀ ਮੱਛੀ ਜਿਹੜੀ ਆ ਅਮਰੀਕਾ ਨੇ ਮੰਗ ਲੈਣੀ ਆ। ਤੇ ਇਹ ਵਪਾਰ ਨੀਤੀ ਆ ਇਹਨਾਂ ਦੀ। ਇਹ ਤੁਸੀਂ ਐਵੇਂ ਆਮ ਆਦਮੀ ਪਾਰਟੀ ਨੂੰ ਸੋਤਾ ਸਾਹਿਬ ਨੇ ਵੀ ਭੰਡ ਦਿੱਤਾ, ਪਰ ਨਹੀਂ, ਇਹ ਵਪਾਰ ਨੀਤੀ ਆ ਮੱਛੀ ਪਾਲਣ ਦਾ ਫਾਰਮ ਜਿਹੜਾ ਇੱਥੇ ਖੋਲ੍ਹਿਆ ਜਾਣਾ। ਪਰ ਕਿਸ ਤਰ੍ਹਾਂ ਦੇਖਦੇ ਹੋ ਹਰੀ ਭਾਜੀ? ਅਸੀਂ ਦੇਖਿਆ ਵੀ ਜਿਹੜੇ ਸਾਡੇ ਹੈਲਥ ਮਿਨਿਸਟਰ ਨੇ ਜੋੜਾ ਸਾਹਿਬ, ਉਹਨਾਂ ਅਸੀਂ ਦੇਖਿਆ ਵੀ ਜਦੋਂ ਹਸਪਤਾਲ ਜਾਂਦੇ ਨੇ ਫਰੀਦਕੋਟ ਉੱਥੇ ਜਿਵੇਂ ਪ੍ਰਿੰਸੀਪਲ ਸਾਹਿਬ ਦਾ ਜਿਵੇਂ ਉਹਨਾਂ ਨੂੰ ਨਹੀਂ ਹਾਲਾਤ ਚੰਗੇ ਲੱਗਦੇ, ਉੱਥੋਂ ਦੇ ਬੈੱਡ ਜਿਹੜਾ ਬਹੁਤ ਮਾੜਾ ਹੁੰਦਾ ਵਾ ਉਹ ਬੈੱਡ 'ਤੇ ਸੁੱਟ ਦਿੰਦੇ ਨੇ ਉਸਨੂੰ ਜਿਹੜੇ ਪ੍ਰਿੰਸੀਪਲ ਸਾਹਿਬ ਨੂੰ ਵੀ ਕੀ ਹਾਲਾਤ ਨੇ। ਤੇ ਤੁਸੀਂ ਅੱਜ ਦੇ ਤਸਵੀਰਾਂ ਵੇਖ ਕੇ ਕੀ ਕਹੋਗੇ ਜਿਸ 'ਤੇ ਪਾਣੀ ਖੜਾ ਵਾ, ਹਾਲਾਤ ਬਹੁਤ ਮਾੜੇ ਨੇ, ਕਿਸ ਤਰ੍ਹਾਂ ਹੋਣਾ ਚਾਹੀਦਾ ਅੱਜ ਹਲਕੇ ਦੇ ਐਮਐਲਏ ਸਾਹਿਬ ਦਾ? ਫਰੀਦਕੋਟ ਦੇ ਇੱਕ ਬੈੱਡ ਦੇ ਉੱਤੇ ਰੋਲਾ ਖੜਾ ਹੋ ਗਿਆ। ਵੀਸੀ ਸਾਹਿਬ ਨੇ ਜਿਹੜਾ ਵਾ, ਮੈਨੂੰ ਨਹੀਂ ਪਤਾ ਵੀਸੀ ਬਹੁਤ, ਮੈਂ ਨਹੀਂ ਮੰਨਦਾ ਵੀ ਵੀਸੀ ਬਹੁਤ ਵਧੀਆ ਇਨਸਾਨ ਹੋਊਗਾ। ਵੀ ਜੇ ਵੀਸੀ ਮੌਜੂਦਾ ਰਹਿੰਦਾ ਹੋਵੇ ਤੇ ਬੈੱਡਾਂ ਦੀ ਇੰਨੀ ਖਸਤਾ ਹਾਲਤ ਹੋਵੇ ਜਿੱਥੇ ਮਰੀਜ਼ ਨੂੰ ਪਾ ਕੇ ਉਹਦਾ ਟ੍ਰੀਟਮੈਂਟ ਕੀਤਾ ਜਾਵੇ, ਤੇ ਉੱਥੇ ਵੀਸੀ ਜਿਹੜਾ 1 ਸੈਕਿੰਡ ਲੰਬੇ ਨਾ ਪਵੇ। ਪਰ ਮੈਂ ਨਾ ਵੀ ਸੀਐਮ ਸਾਹਿਬ ਨੂੰ ਤੇ ਉਸ ਹੈਲਥ ਮਿਨਿਸਟਰ ਨੂੰ ਮੇਰੀ ਰਿਕੁਐਸਟ ਹੈ, ਹੰਬਲ ਰਿਕੁਐਸਟ ਹੈ, ਵੀ ਇਸ ਰੋਡ ਤੇ, ਕੋਟ ਖਾਲਸਾ ਰੋਡ ਤੇ, ਕਾਲੇ ਪਿੰਡ, ਵਡਾਲੀ ਸਾਹਿਬ, ਗੁਰੂ ਕੀ ਵਡਾਲੀ, ਬੜੀਆਂ ਮਸ਼ਹੂਰ ਹਸਤੀਆਂ ਹੋਈਆਂ ਉੱਥੋਂ ਦੀਆਂ, ਉਸ ਰੋਡ ਦੇ ਉੱਤੇ ਇੱਕ ਦੌਰਾ ਜ਼ਰੂਰ ਕਰਾਇਆ ਜਾਵੇ। ਜੇ ਉਹ ਇੱਕ ਬੈੱਡ ਦੇ ਉੱਤੇ ਨਾ ਭੜਕ ਸਕਦੇ ਆ ਤੇ ਸ਼ਾਇਦ ਇਹਦੇ ਕੋਲ ਇਸਤੀਫਾ ਮੰਗ ਲੈਣ, ਇਹਨੂੰ ਇਸਤੀਫਾ ਦੇਣਾ ਪਵੇ। ਬਿਲਕੁਲ ਜੀ। ਤੇ ਗੱਲ ਕਰੀਏ ਹਾਲਾਤ ਦੀ, ਅਸੀਂ ਦੇਖਿਆ ਵੀ ਜਿਸ ਤਰ੍ਹਾਂ ਦੇ ਹਾਲਾਤ ਹੋ ਗਏ ਨੇ, ਤੇ ਕਿਹਾ ਜਾਂਦਾ ਵੀ ਤੁਹਾਡੇ ਕੋਲ ਜਿਵੇਂ ਬਾਦਲਾਂ ਨੇ ਕਹਿੰਦੇ ਸੀ ਲਾਡਾਈ ਲਾਈ ਆ, ਤੁਸੀਂ ਇੱਕ ਲਾਡਾਈ ਰਹਿੰਦੇ ਲਾਈ ਆ, ਉੱਚੀ ਬੜਾ ਕੁਝ ਲਿਖਿਆ ਵਾ, ਥੋੜੇ ਦਰਸ਼ਕਾਂ ਨੂੰ ਦੱਸ ਦਿਓ ਕੀ ਸੱਚਾਈ ਕੀ ਹੈ ਲਾਡਾਈ ਦੀ? ਦੇਖੋ, ਐਮਐਲਏ ਸਾਹਿਬ ਨੂੰ ਆਪਾਂ 6 ਮਹੀਨੇ ਤੋਂ ਇੱਥੇ ਲੜ ਰਹੇ ਆ ਵੀ ਸਾਡੇ ਪਾਣੀ ਗੰਦੇ ਹੋ ਗਏ, ਸਾਡੇ ਸੀਵਰੇਜ ਦਾ ਪਾਣੀ ਸਾਡੀਆਂ ਟੂਟੀਆਂ 'ਚ ਰਲ ਰਿਹਾ, ਸਾਡੇ ਬਿਮਾਰੀਆਂ ਨਾਲ ਲੋਕ ਗ੍ਰਸਤ ਹੋ ਗਏ। ਪਹਿਲੀ ਸਰਕਾਰ ਸੀ, ਅਸੀਂ ਮੰਨ ਲਿਆ, ਅਸੀਂ ਉਹ ਦੋਸ਼ ਜਿਹੜਾ ਪਹਿਲੀ ਸਰਕਾਰ ਨੂੰ ਦੇ ਦਿੱਤਾ। ਇਹਨਾਂ ਨੇ ਸਾਡੇ ਕੋਲ ਮੌਕਾ ਮੰਗਿਆ, ਮੈਂ ਖੁਦ ਇਹਨਾਂ ਦੀ ਮੋਢੇ ਨਾਲ ਮੋਢਾ ਲਾ ਕੇ ਜਿਹੜੀ ਵੋਟਾਂ ਦੇ ਵਿੱਚ ਮਦਦ ਕੀਤੀ ਆ ਮੈਂ ਖੁਦ, ਕਿਉਂਕਿ ਚੱਲ ਯਾਰ ਜੇ ਸਾਨੂੰ ਉਹਨਾਂ ਨੇ ਲੁੱਟਿਆ ਕੁੱਟਿਆ ਤੇ ਇੱਕ ਨਵੀਂ ਜਿਹੜੀ ਸਰਕਾਰ ਉਹ ਚੁਣ ਲਿੱਤੀ ਜਾਵੇ, ਮੈਂ ਮਦਦ ਕੀਤੀ। ਆਪਣੀ ਜਥੇਬੰਦੀ ਤੋਂ ਪਰੇ ਜਾ ਕੇ ਜਿਹੜੀ ਹੈ ਇਹਨਾਂ ਦੀ ਬਦਲਾਵ ਦੀ ਜਿਹੜੀ ਗੱਲ ਨੂੰ, ਇਹ ਜਿਹੜਾ ਛੁਣਛਣਾ ਇਹਨਾਂ ਨੇ ਦਿੱਤਾ ਹੈ ਉਹ ਵਜਾਇਆ, ਬੜੀ ਰੀਝ ਨਾਲ ਵਜਾਇਆ। ਮੈਨੂੰ ਲੋਕੀ ਇਹ ਵੀ ਕਹਿੰਦੇ ਭਾਜੀ ਬੜੇ ਸੁਰ 'ਚ ਵਜਾਇਆ ਸੀ ਤੁਸੀਂ। ਪਰ ਉਹ ਐਮਐਲਏ ਸਾਹਿਬ ਜਦੋਂ ਇੱਥੇ ਉਹਨਾਂ ਦੇ ਬੂਹੇ ਅੱਗੇ ਕਤਲ ਹੋਇਆ ਸੀਗਾ ਇੱਕ ਨੌਜਵਾਨ ਦਾ, ਮਿਸਿਸ ਨੇ ਕਤਲ ਕੀਤਾ ਸੀ, ਉਸ ਦਿਨ ਐਤਵਾਰ ਸੀ, ਤੇ ਮੈਂ ਐਮਐਲਏ ਸਾਹਿਬ ਨੂੰ ਇੱਕ ਡੈਪੂਟੇਸ਼ਨ ਲੈ ਕੇ ਮਿਲਣਾ ਚਾਹੁੰਦਾ ਸੀ ਆਪਣੇ ਇਲਾਕੇ ਦੀਆਂ ਸਮੱਸਿਆਵਾਂ ਵਾਲੀ। ਮੈਂ ਉਸੇ ਦਿਨ ਫੋਨ ਕੀਤਾ, ਮੈਨੂੰ ਐਮਐਲਏ ਸਾਹਿਬ ਨੇ ਝੂਠ ਬੋਲਿਆ ਕਿ ਮੈਂ ਸੰਗਰੂਰ ਹਾਂ, ਜਦ ਕਿ 3 ਦਿਨਾਂ ਬਾਅਦ ਸੰਗਰੂਰ ਗਏ। ਅੱਜ ਜਿਵੇਂ ਕਾਲੀ ਕਾਂਗਰਸੀ ਕਹਿੰਦੇ ਸਾਡੇ ਕੋਲ ਲੈਲ ਡੈਰੀ ਆ, ਸਾਡੇ ਕੋਲ ਵੀ ਇੱਕ ਲਾਲ ਡੈਰੀ ਆਪਾਂ ਵੀ ਰੱਖ ਲਈ ਆ, ਸਾਨੂੰ ਵੀ ਆਦਤ ਪੈ ਗਈ ਹੈ ਕਿਉਂਕਿ ਅਸੀਂ ਸਿਆਸਤ ਵਿੱਚ ਆ ਗਏ ਹਾਂ। ਵੱਖਰੀ ਗੱਲ, ਅਸੀਂ ਜਥੇਬੰਦੀਆਂ ਨਾਲ ਕੰਮ ਕਰਦੇ ਹਾਂ, ਅਸੀਂ ਉਹ ਲੋਕ ਆ ਜਿਹੜੇ 1 ਸਾਲ 13 ਦਿਨ ਦਿੱਲੀ ਦੀਆਂ ਬਰੂਹਾਂ ਤੇ ਬਹਿ ਕੇ ਆਏ ਹਾਂ। ਅਸੀਂ ਉਹ ਲੋਕ ਆ ਜਿਹੜੇ ਢਿੰਗਰਾ ਦੇ ਮਕਾਨ ਨੂੰ ਬਚਾਉਣ ਲਈ ਛਿੱਤਰ ਖਾਂਦੇ ਰਹੇ ਹਾਂ ਪੁਲ ਦੇ ਉੱਤੇ। ਅਸੀਂ ਉਹ ਲੋਕ ਆ ਜਿਹੜੇ ਕਾਲੇ ਵਾਲੇ ਖੂਹ ਦੇ ਸ਼ਹੀਦਾਂ ਦੀਆਂ ਅਸਥੀਆਂ ਨੂੰ ਪੱਟਣ ਦੇ ਵਿੱਚ ਕਿੰਨੇ ਸਾਲ ਉੱਥੇ ਮਿਹਨਤ ਕਰਦੇ ਰਹੇ ਹਾਂ। ਅਸੀਂ ਉਹ ਯੋਧੇ ਆ ਜਿਹੜੇ ਭਗਤ ਸਿੰਘ ਦਾ ਨਾਮ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਊਧਮ ਸਿੰਘ ਦਾ ਨਾਮ, ਅੱਜ ਉਹਦਾ ਸ਼ਹੀਦੀ ਦਿਹਾੜਾ ਊਧਮ ਸਿੰਘ ਦਾ, ਉਹਦੇ ਨਾਮ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੇ ਅਸੀਂ ਇੱਕ ਲਾਲ ਡੈਰੀ ਰੱਖਣ ਦੇ ਹੱਕਦਾਰ ਹਾਂ। ਇਸ ਐਮਐਲਏ ਨੇ ਜਿਹੜੇ ਲੋਕਾਂ ਨਾਲ ਵਾਅਦਾ ਖਿਲਾਫੀ ਕੀਤੀ ਆ, ਅਸੀਂ ਉਹ ਲਾਲ ਡੈਰੀ 'ਚ ਲਿਖੀ ਆ। ਜਿਹੜੀ ਜਿਸ ਤਰ੍ਹਾਂ ਇਹ ਦਾਰੂ ਪੀ ਕੇ ਗੱਡੀਆਂ ਤੇ ਜਾਂਦਾ, ਗੱਡੀਆਂ ਪਲਟਾ ਕੇ ਆਉਂਦਾ, 3-3 ਗੱਡੀਆਂ 'ਚ ਮਾਰ ਕੇ ਆਉਂਦਾ, ਤੇ ਫਿਰ ਉੱਥੋਂ ਇੱਕ ਮੌਜੂਦਾ ਐਮਐਲਏ ਨਾਲ ਦੀ ਨਾਲ ਡਾਕਟਰ ਕੋ ਸੱਟ ਲੱਗ ਜੇ ਨਾ ਕਿਸੇ ਦੇ, ਉਸ ਵੇਲੇ ਭੱਜ ਕੇ ਪਹਿਲਾਂ ਉਹਦਾ ਇਲਾਜ ਕਰਦਾ, ਆਪਣਾ ਫਰਜ਼ ਪੂਰਾ ਕਰਦਾ। ਇਹ ਜਾਲੀ ਡਾਕਟਰ ਤੇ ਜਾਲੀ ਐਮਐਲਏ ਬਣਾਤਾ ਅਸੀਂ। ਅੱਜ ਉੱਥੋਂ ਨੰਬਰ ਪਲੇਟਾਂ ਲਾ ਕੇ ਭੱਜਾ, ਤੇ ਇਹਦੀਆਂ ਯਾਰੀਆਂ ਕਿਹਦੇ ਨਾਲ ਆ? ਉਹ ਵੀ ਲਾਲ ਡੈਰੀ 'ਚ ਨੋਟ ਆ। ਇਹ ਜਰਾਨੇ ਕਿਹਦੇ ਨਾਲ ਰੱਖਦਾ? ਉਹ ਵੀ ਲਾਲ ਡੈਰੀ 'ਚ ਨੋਟ ਆ। ਤੇ ਇਹਦਾ ਬਹਿਣਾ ਖਲੋਣਾ ਕਿਹਦੇ ਨਾਲ ਆ? ਉਹ ਵੀ ਲਾਲ ਡੈਰੀ 'ਚ ਨੋਟ ਆ। ਉਹ ਲਾਲ ਡੈਰੀ 'ਚ ਨੋਟ ਆ। ਉਹ ਲਾਲ ਡੈਰੀ ਬੜੀ ਜਲਦੀ ਹਾਲੇ ਇਹਦਾ ਘੜਾ ਭਰ ਜਾਂਦੀ ਏ। ਇਹ ਲੋਕਾਂ ਨੂੰ ਧਮਕੀਆਂ ਦਿੰਦਾ ਥਾਣਿਆਂ 'ਚ। ਇਹਦੇ ਜਿਹੜੇ ਚੇਲੇ ਬਾਲ ਕੇ ਆ, ਉਹ ਕਹਿੰਦੇ ਆ ਵੀ ਪੁਲਿਸ ਸਾਡੀ ਵੱਜੀ ਆ। ਪੁਲਿਸ ਇਹਨਾਂ ਦੀ ਵੱਜੀ ਨਹੀਂ, ਪੁਲਿਸ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖਲੋਊਗੀ। ਜੇ ਨਾ ਖਲੋਊਗੀ ਤੇ ਅਸੀਂ ਬਾਹਰ ਬਹਿ ਜਾਾਂਗੇ। ਸਾਨੂੰ ਕਿਹੜਾ ਬਹਿਣਾ ਨਹੀਂ ਆਉਂਦਾ। ਆਪਾਂ ਪੱਕੀ ਦਰੀ ਇੱਕ ਆਪਣੀ ਗੱਡੀ 'ਚ ਰੱਖੀ ਹੁੰਦੀ ਆ, ਐਮਐਲਏ ਸਾਹਿਬ ਨੂੰ ਦੱਸ ਦਿੰਦੇ ਆ, ਪੱਕੀ ਦਰੀ ਰੱਖੀ ਆ। ਐਮਐਲਏ ਸਾਹਿਬ ਤੁਸੀਂ ਅੱਜ ਆਏ ਹੋ ਸਿਆਸਤ 'ਚ, ਤੁਹਾਨੂੰ ਹਲੇ 6 ਮਹੀਨੇ ਨਹੀਂ ਹੋਏ ਸਿਆਸਤ 'ਚ ਆਇਆਂ ਨੂੰ। ਤੁਸੀਂ ਆਪਣੇ ਇਲਾਕੇ ਦਾ ਆਹ ਹਾਲ ਦੇਖ ਰਹੇ ਹੋ। ਤੁਸੀਂ ਕਹਿ ਰਹੇ ਮੈਂ ਲੋਕਾਂ ਦਾ ਹਰਮਨ ਪਿਆਰਾ ਲੀਡਰ ਆ। ਤੁਸੀਂ ਸੰਘਰਸ਼ ਕੀ ਕੀਤਾ ਅੱਜ ਤੋਂ 6 ਮਹੀਨੇ ਪਹਿਲਾਂ? ਐਮਐਲਏ ਬਣਨ ਤੋਂ ਪਹਿਲਾਂ ਲੋਕ ਪੱਖੀ ਕੋਈ ਘੋਲ ਕੀਤਾ ਤੁਸੀਂ?
ਤੁਸੀਂ ਕੋਈ ਲੋਕਾਂ ਦੇ ਹੱਕ ਦੀ ਗੱਲ ਕੀਤੀ, ਜੇ ਲੋਕਾਂ ਦੇ ਹੱਕ ਦੀ ਗੱਲ ਕੀਤੀ ਹੁੰਦੀ ਤੇ ਇਹੀ ਰੋਡ ਮੈਨੂੰ ਇਸ ਗੱਲ ਕਰੀਏ ਹੈਰੀ ਭਾਜੀ, ਇਸ ਇਲਾਕੇ ਨੂੰ ਹੁਣ ਤੱਕ ਐਮਐਲਏ ਸਾਹਿਬ ਦਾ ਇਲਾਕਾ ਜਾਂਦਾ, ਘਰ ਵੀ ਜਾਂਦਾ ਬਿਲਕੁਲ ਲਾਗੇ ਐਮਐਲਏ ਸਾਹਿਬ ਦਾ। ਹੁਣ ਤੱਕ ਆਪਣੇ ਇਲਾਕੇ 'ਚ ਸ਼ੁਰੂਆਤ ਕਰੀ, ਉਹਨਾਂ ਨੇ ਕੋਈ ਗ੍ਰਾਂਟ ਦਿੱਤੀ ਹੋਵੇ ਇਲਾਕੇ 'ਚ, ਕਿਸੇ ਨੂੰ ਸ਼ੁਰੂਆਤ ਕੀਤੀ ਹੋ, ਕਿਉਂਕਿ ਕਹਿੰਦੇ ਘਰ ਤੋਂ ਸ਼ੁਰੂਆਤ ਕਰੀਦੀ ਆ, ਉਹ ਤੋਂ ਬਾਅਦ ਜਾ ਕੇ ਬਾਹਰ ਜਾਈਦਾ ਕੰਮ ਕਰਨ ਵਾਸਤੇ। ਆਪਣੇ ਘਰ 'ਚ ਸ਼ੁਰੂਆਤ ਕੀਤੀ ਕੋਈ ਇਲਾਕੇ ਨਾਲ ਉਹਨਾਂ ਨੇ ਗ੍ਰਾਂਟ ਤੇ ਨਹੀਂ ਉਹਨਾਂ ਨੇ ਹਾਲੇ ਤੱਕ ਦਿੱਤੀ। ਹਾਂ, ਮੱਛੀ ਪਾਲਣ ਦਾ ਜਿਹੜਾ ਫਾਰਮੂਲਾ ਲੈ ਕੇ ਆਇਆ ਤਾਂ ਅਮਰੀਕਾ ਨੇ ਵੀ ਉਹ ਲੈ ਲੈਣਾ, ਤੇ ਆਹ ਗ੍ਰਾਂਟ ਅਸੀਂ ਦੇ ਰਹੇ ਹਾਂ। ਦੇਖੋ ਆਹ ਪੈਸੇ ਜਿਹੜੇ ਆਪਸ ਇਕੱਠੇ ਕਰ ਰਹੇ ਹਾਂ, ਇਹ ਕੋਈ 500-700 ਕਿਉਂ, ਮੈਂ ਇੱਕ ਮਜ਼ਦੂਰ ਹਾਂ, ਮੇਰੇ ਲਈ 500 ਰੁਪਈਆ ਬੜੀ ਵੱਡੀ ਗੱਲ ਹੈ। ਕਿ ਜ਼ਿੰਦਗੀ ਮੌਤ ਦਾ ਸਵਾਲ ਹੈ। ਅਸੀਂ ਸਵੇਰੇ ਘਰੋਂ ਜਾਂਦੇ ਹਾਂ, ਜੇ ਦੇਸ਼ ਦੇ ਮਜ਼ਦੂਰ ਰਜਵਾਂ ਟੁੱਕਰ ਖਾਂਦੇ ਨਹੀਂ ਮਜ਼ਦੂਰ, ਉਸ ਦੇਸ਼ ਦੇ ਹਾਕਮ ਕੁੱਤੇ ਤੇ ਸੂਰਾਂ ਨੂੰ ਗੰਦ 'ਚ ਰਹਿ ਕੇ ਆਨੰਦ ਹੁੰਦਾ, ਤੇ ਕਿਤੇ ਨਾ ਕਿਤੇ ਇਹ ਵੀ ਸੂਰ ਬਣੀ ਜਾ ਰਿਹਾ ਤੇ ਗੰਦ 'ਚ ਲੋਟਣੀਆਂ ਮਾਰਦੇ ਆ। ਬੂਹੇ ਦਾ ਦ੍ਰਿਸ਼ ਆ। ਗਰੰਟਾਂ ਇਹਨਾਂ ਨੇ ਕੀ ਦੇਣੀਆਂ? ਇਹਨਾਂ ਨੂੰ ਹਾਲੇ ਤੱਕ ਆਪਣੇ ਮੈਨੇਜਮੈਂਟ ਦਾ ਨਹੀਂ ਪਤਾ ਲੱਗ ਰਿਹਾ, ਇਹਨਾਂ ਨੂੰ ਆਪਣੇ ਅਧਿਕਾਰਾਂ ਦਾ ਹੀ ਨਹੀਂ ਪਤਾ ਲੱਗ ਰਿਹਾ। ਕਦੀ ਰਾਘਵ ਚੱਡਾ ਆ ਜਾਂਦਾ, ਕਦੀ ਭਗਵੰਤ ਮਾਨ ਆ ਜਾਂਦਾ, ਤੇ ਜੇ ਬਿਆਨ ਦੇਣਾ ਹੁੰਦਾ ਤਾਂ ਕੇਜਰੀਵਾਲ ਸਾਹਿਬ ਉੱਤੋਂ ਭਗਵੰਤ ਮਾਨ ਸਾਹਿਬ ਵਾਲੇ ਦੇ ਕੇ ਹਟਦੇ, ਤੇ ਕੇਜਰੀਵਾਲ ਸਾਹਿਬ ਉੱਤੋਂ ਦੇ ਦਿੰਦੇ ਆ ਬਿਆਨ। ਇਹਨਾਂ ਨੂੰ ਇਹ ਨਹੀਂ ਪਤਾ ਲੱਗਣ ਦਿਆ। ਦੂਜੀ ਗੱਲ, ਇਹਨਾਂ ਕੋਲ ਹਾਲੇ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਜਿਹਦਾ ਸਭ ਤੋਂ ਵੱਧ ਨਾਂ ਵਰਤਿਆ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ। ਇਹਨਾਂ ਨੇ ਰੱਜ ਕੇ ਨਾਂ ਵਰਤਿਆ, ਇਹਨਾਂ ਨੇ ਨਾਂ ਵਰਤ ਕੇ ਉਹਦੀ ਜਿੱਤ ਪ੍ਰਾਪਤ ਕੀਤੀ। ਤੇ ਇੱਕ ਮਾਨ ਸਾਹਿਬ ਹੋਰ ਨੇ, ਦੋਵੇਂ ਮਾਨ ਰਲ ਗਏ। ਇੱਕ ਮਾਨ ਸਾਹਿਬ ਉਹ ਨੇ ਜਿਨ੍ਹਾਂ ਨੇ ਉਹਦੀ ਭੰਡੀ ਕਰਕੇ ਉਹਨੂੰ ਅੱਤਵਾਦੀ ਕਹਿ ਕੇ ਉਹਦਾ ਨਾਂ ਵਰਤ ਕੇ ਉਹ ਵੀ ਜਿੱਤ ਹਾਸਲ ਕੀਤੀ ਹੈ। ਤੇ ਹਾਲੇ ਤੱਕ ਇਹਨਾਂ ਕੋਲ ਕੋਈ ਠੋਸ ਜਿਹੜਾ ਵਾ ਕੋਈ ਪ੍ਰਬੰਧ ਨਹੀਂ ਹੋਇਆ, ਕੋਈ ਠੋਸ ਉਹਨਾਂ 'ਤੇ ਕਾਰਵਾਈ ਨਹੀਂ ਕੀਤੀ ਗਈ। ਬਸ ਗੱਲਾਂ ਦੇ ਕਾਗਜ਼ੀ ਸ਼ੇਰ ਆ ਇਹਨਾਂ ਦੇ ਜਿਹੜੇ ਵਰਕਰ ਨਹੀਂ, ਵਲੰਟੀਅਰ, ਜਿਨ੍ਹਾਂ ਦੀ ਆਪਣੀ ਹੋਂਦ ਕੋਈ ਨਹੀਂ। ਵਲੰਟੀਅਰ ਹੁੰਦਾ ਛਬੀਲ ਲੱਗੀ ਆ, ਛਬੀਲ ਦੇ ਉੱਤੇ ਪਾਣੀ ਫੜਾਉਣ ਆਇਆ ਜੀ ਆਪਣੀ ਮਰਜ਼ੀ ਨਾਲ। ਵਲੰਟੀਅਰ ਦਾ ਮਤਲਬ ਇਹ ਹੁੰਦਾ। ਹਾਲੇ ਤੱਕ ਵਰਕਰ ਨੂੰ ਜਿਹੜਾ ਵਾ ਉਹ ਇਹਨਾਂ ਦਾ ਵਰਕਰੀ ਦਾ ਹੀ ਨਹੀਂ ਪਤਾ, ਇਹਨਾਂ ਦੇ ਵਰਕਰਾਂ ਨੂੰ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਦੇਖ ਰਹੇ ਹੋ ਹਲਕਾ ਪੱਛਮੀ ਦੀਆਂ ਤਸਵੀਰਾਂ, ਜਿੱਥੇ ਕਿ ਨੌਜਵਾਨ ਹੱਥ ਵਿੱਚ ਕਟੋਰਾ ਫੜ ਕੇ ਜਿਹੜਾ ਕਿ ਭੀਖ ਮੰਗਣ ਵਾਸਤੇ ਮਜਬੂਰ ਹੋ ਰਹੇ ਨੇ, ਅਤੇ ਕਹਿ ਰਹੇ ਨੇ ਵੀ ਇੱਥੋਂ ਦੀ ਜਿਹੜੀ ਸੜਕ ਜਿਹੜੀ ਬਣਾ ਕੇ ਦੇਵਾਂਗੇ। ਲੋਕਾਂ ਦੀਆਂ ਲੜੀਆਂ ਕੱਢ ਰਹੇ ਨੇ, ਲੋਕਾਂ ਨੂੰ ਮਿੰਨਤਾਂ ਕਰ ਰਹੇ ਨੇ ਵੀ ਸਾਨੂੰ ਜਿਹੜਾ ਵਾ ਦਾਨ ਪੱਤਰ ਦਿੱਤਾ ਜਾਵੇ, ਸਾਨੂੰ ਦਾਨ ਦਿੱਤਾ ਜਾਵੇ, ਸਾਨੂੰ ਭੀਖ ਦਿੱਤੀ ਜਾਵੇ, ਤਾਂ ਜੋ ਕਿ ਆਪਣੇ ਇਲਾਕੇ ਦੀ ਸੜਕ ਬਣਾ ਸਕੀਏ। ਹੁਣ ਦੇਖਣਾ ਹੋਵੇਗਾ ਵੀ ਐਮਐਲਏ ਸਾਹਿਬ ਕਦੋਂ ਤੱਕ ਜਿਹੜੀ ਇਹ ਰਹਿੰਦੀ ਸੜਕ ਜਿਹੜੀ ਆ ਕਦੋਂ ਤੱਕ ਬਣਾਉਣਗੇ। ਮੈਨੂੰ ਦਿਓ ਇਜਾਜ਼ਤ, ਮੈਂ ਹਰਜੀਤ ਗਰੇਵਾਲ, ਪੰਜਾਬੀ ਲੋਕ ਚੈਨਲ, ਅੰਮ੍ਰਿਤਸਰ।